Good morning, students. Once again, welcome to my YouTube channel. This is the second part of the session of SST. This is the chapter number 4th. The name of this chapter is Natural Vegetation, Wildlife and Soils. ਅਸੀਂ ਇਹਦਾ ਪਹਿਲਾ ਪਾਰਟ ਕੀਤਾ ਜਿਹਦੇ ਵਿੱਚ ਵੈਰੀ ਸ਼ਾਰਟ ਕੁਐਸਚਨ ਆਨਸਰ ਨੂੰ ਡਿਸਕਸ ਕੀਤਾ। ਹੁਣ ਸੈਕੰਡ ਪਾਰਟ ਦੇ ਵਿੱਚ ਅਸੀਂ ਇਹਦੇ ਸ਼ਾਰਟ ਕੁਐਸਚਨ ਨੂੰ ਡਿਸਕਸ ਕਰਾਂਗੇ। ਫਸਟ ਅਸੀਂ ਕਿਹਦੇ ਬਾਰੇ ਗੱਲ ਕਰਨਾ, ਨੈਚੁਰਲ ਵੈਜੀਏਸ਼ਨ ਵੀ ਜਿਹੜੀ ਕੁਦਰਤੀ ਵਨਸਪਤੀ ਹੁੰਦੀ ਆ ਉਹਦੇ ਬਾਰੇ ਗੱਲ ਕਰਾਂਗੇ। ਫਸਟ ਕੁਐਸਚਨ ਇਜ਼ ਵਾਈ ਹੈਜ਼ ਟੂ ਦੀ ਫੋਰਨ ਵੈਜੀਏਸ਼ਨ ਬਿਕਮਸ ਟੂ ਦੀ ਪ੍ਰੋਬਲਮ ਫॉर ਅਸ, ਇਲੈਬੋਰੇਟ ਵਿਦ ਐਗਜ਼ਾਮਪਲ। ਵੀ ਜਿਹੜੀਆਂ ਵਿਦੇਸ਼ੀ ਵਨਸਪਤੀਆਂ ਨੇ ਉਹ ਸਾਡੇ ਲਈ ਸਭ ਤੋਂ ਵੱਡੀ ਪ੍ਰੋਬਲਮ ਕਿਉਂ ਕ੍ਰੀਏਟ ਕਰ ਰਹੀਆਂ ਨੇ, ਇਹਦੇ ਬਾਰੇ ਐਗਜ਼ਾਮਪਲ ਦੇ ਕੇ ਕਹਿਣਾ। Nearly 40% of to the plant species found in India have come from to the outside and are exotic plants। ਕਹਿੰਦੇ ਵੀ ਜਿਹੜੇ 40% ਜਿਹੜੇ ਸਾਡੇ ਪਲਾਂਟਸ ਦੀਆਂ ਕਿਸਮਾਂ ਮਿਲਦੀਆਂ ਨੇ ਇੰਡੀਆ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਹ ਕਿਨੇ ਬਾਹਰਲੀਆਂ ਹੁੰਦੀਆਂ ਨੇ ਪ੍ਰਜਾਤੀਆਂ। these plants have been brought from ਸੀਨੋ ਤਿੱਬਤ, ਅਫਰੀਕਾ, ਇੰਡੋ ਮਲੇਸ਼ੀਅਨ ਏਰੀਆਜ਼। ਕਹਿੰਦੇ ਜ਼ਿਆਦਾਤਰ ਪਲਾਂਟ ਸਾਨੂੰ ਕਿੱਥੋਂ ਮਿਲਦੇ ਆ, ਤਿੱਬਤ ਤੋਂ ਮਿਲਦੇ ਆ, ਅਫਰੀਕਾ ਤੋਂ ਮਿਲਦੇ ਆ ਅਤੇ ਇੰਡੋ ਮਲੇਸ਼ੀਅਨ ਏਰੀਆ ਤੋਂ ਮਿਲਦੇ ਆ। ਥੀਸ ਪਲਾਂਟਸ ਵਰ ਬਾਊਟ ਐਜ਼ ਏ ਡੈਕੋਰੇਟਿਵ ਗਾਰਡਨ ਪਲਾਂਟਸ ਇਨ ਇੰਡੀਆ। ਥੀਸ ਪਲਾਂਟਸ ਗਰੋ ਰੈਪਿਡਲੀ ਐਜ਼ ਵੀਡਸ ਅੰਡਰ ਹੌਟ ਬੈਟ ਟੋਪੀਕਲ ਕੰਡੀਸ਼ਨਸ। ਕਹਿੰਦੇ ਵੀ ਇਹ ਜਿਹੜੇ ਪਲਾਂਟਸ ਨੇ ਉਹ ਕੀ ਆ, ਡੈਕੋਰੇਟਿਵ ਗਾਰਡਨਸ ਦੇ ਵਿੱਚ ਜ਼ਿਆਦਾਤਰ ਇਹ ਪਲਾਂਟਸ ਕੀਤੇ ਜਾਂਦੇ, ਉਹਨਾਂ ਲਈ ਖਰੀਦੇ ਜਾਂਦੇ ਆ ਅਤੇ ਇਹਨਾਂ ਦੀ ਜਿਹੜੀ ਗਰੋਥ ਹੁੰਦੀ ਆ ਉਹ ਬਹੁਤ ਤੇਜ਼ੀ ਨਾਲ ਹੁੰਦੀ ਆ ਘਾਹ ਦੇ ਨਾਲੋਂ ਵੀ, ਜਿਹੜਾ ਕਿ ਗਰਮੀ ਅਤੇ ਵੈਟ ਏਰੀਆ ਜਿਹੜਾ ਹੁੰਦਾ ਵਾ ਉਹਦੇ ਵਿੱਚ। ਥੀਸ ਰੈਪਿਡਲੀ ਮਲਟੀਪਲਾਈਜ਼ ਸੋ ਦੈਟ ਇਟ ਇਜ਼ ਅ ਡਿਫੀਕਲਟ ਟੂ ਦੀ ਇਰੀਗੇਟਡ ਥੀਸ ਲਟਾਨਾਜ਼ ਐਂਡ ਵਾਟਰ ਹੈਨਿਕਨਸ are the two such of species of the water the is known as to the terror of Bengal। ਕਹਿੰਦੇ ਵੀ ਇਹਦੇ ਵਿੱਚ ਜਿਹੜੀਆਂ ਇਹ ਜਲਦੀ ਜ਼ਿਆਦਾ ਵੱਧ ਜਾਂਦੀਆਂ ਨੇ ਤਾਂ ਕਰਕੇ ਸਾਡੇ ਲਈ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ। ਇਹਦੇ ਵਿੱਚ ਦੋ ਨੇ, ਲਥਾਨਾ ਅਤੇ ਵਾਟਰ ਹੈਨਿਕਿਥਨ, ਜਿਹੜੀਆਂ ਦੋ ਸਪਾਈਸਿਸ ਨੇ, ਦੋ ਕਿਸਮਾਂ ਨੇ, ਉਹ ਸਾਡੇ ਲਈ ਸਭ ਤੋਂ ਜ਼ਿਆਦਾ ਇਫੈਕਟ ਪੈਦਾ ਕਰਦੀਆਂ ਨੇ। ਇਹ ਕੀ ਨੇ, ਇਹਨਾਂ ਨੂੰ ਟੈਰਰ ਆਫ ਬੰਗਾਲ ਵੀ ਕਿਹਾ ਜਾਂਦਾ। ਇਟ ਇਜ਼ ਟੂ ਦੀ ਚੁੱਕ ਅਪ ਆਲ ਟੂ ਦੀ ਵਾਟਰ ਕੋਰਸਿਸ ਲਾਈਕ ਰਿਵਰ, ਸਟਰੀਮਸ, ਟੈਂਕਸ, ਕੈਨਲ ਐਕਸੈਕਟਰਾ। ਕਹਿੰਦੇ ਇਹ ਕੀ ਆ, ਸਾਡੇ ਜਿਹੜਾ ਹੋਰ ਵੀ ਪਾਣੀ ਦੇ ਰਿਸੋਰਸਿਸ ਨੇ ਜਿਵੇਂ ਨਦੀਆਂ, ਸਟਰੀਮਸ, ਝਰਨੇ, ਟੈਂਕ ਅਤੇ ਨਦੀਆਂ, ਇਹਨਾਂ ਨੂੰ ਵੀ ਪ੍ਰਦੂਸ਼ਿਤ ਕਰਦੀਆਂ ਨੇ। ਨੈਕਸਟ ਹੈਗਾ ਵਾ ਹਾਊ ਡਸ ਟੂ ਦੀ ਫੋਰਨ ਪਲਾਂਟਸ ਬੀ ਆ ਹਾਰਮਫੁਲ ਫॉर ਅਸ। ਕਹਿੰਦੇ ਵੀ ਜਿਹੜੇ ਵਿਦੇਸ਼ੀ ਪਲਾਂਟਸ ਨੇ ਉਹ ਸਾਡੇ ਲਈ ਕਿਵੇਂ ਹਾਰਮਫੁਲ ਬਣਦੇ ਆ। ਦੀਆਂ ਐਕਸੋਟਿਕ ਪਲਾਂਟਸ ਆਰ ਟੂ ਦੀ ਫੋਲੋਇੰਗ ਡਿਸਐਡਵਾਂਟੇਜ। ਸਾਨੂੰ ਇਹ ਹੇਠ ਲਿਖੀਆਂ ਜਿਹੜੀਆਂ ਡਿਸਐਡਵਾਂਟੇਜ ਮਿਲਦੀਆਂ ਨੇ। ਅਵਰ ਯੂਜ਼ਫੁਲ ਡੋਮੈਸਟਿਕ ਵੈਜੀਏਸ਼ਨ ਕੈਨ ਬੀ ਗੋਟ ਡਿਸਟਰੋਇਡ। ਵੀ ਜਿਹੜੇ ਸਾਡੇ ਕੁਦਰਤੀ ਜਿਹੜੇ ਡੋਮੈਸਟਿਕ ਘਰੇਲੂ ਬਨਸਪਤੀ ਆ ਉਹ ਸਾਰੀ ਖਤਮ ਹੋ ਰਹੀ ਆ। ਇਟ ਰਿਕੁਆਇਰਸ ਲੋਟ ਆਫ ਮਨੀ ਟੂ ਡਿਸਟਰੋਏ ਥੀਜ਼ ਐਕਸੋਟੋਨਿਕ ਪਲਾਂਟਸ। ਵੀ ਇਹਨੂੰ ਜਲਾਉਣ ਜਾਂ ਇਹਨੂੰ ਖਤਮ ਕਰਨ ਦੇ ਲਈ ਸਾਨੂੰ ਬਹੁਤ ਸਾਰਾ ਪੈਸਾ ਖਰਚ ਕਰਨਾ ਪੈਂਦਾ। ਥੀਸ ਸਪਰੈਡਸ ਟੂ ਦੀ ਡਿਜ਼ੀਜ਼ ਐਂਡ ਆਰ ਦੀ ਹੋਰੀਜ਼ਨਸ ਆਫ ਟੂ ਦੀ ਪਬਲਿਕ ਹੈਲਥ। ਕਹਿੰਦੇ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲਾਉਂਦੀ ਆ ਅਤੇ ਇਹ ਕੀ ਆ, ਪਬਲਿਕ ਦੀ ਹੈਲਥ ਲਈ ਸਭ ਤੋਂ ਵੱਡਾ ਨੁਕਸਾਨਦਾਇਕ ਆ। ਇਟ ਕੈਨ ਬੀ ਪੋਲਿਊਟਡ ਅਵਰ ਵਾਟਰ ਰਿਸੋਰਸਿਸ। ਸਾਡੇ ਜਿਹੜੇ ਵਾਟਰ ਰਿਸੋਰਸ ਨੇ ਉਹਨਾਂ ਨੂੰ ਵੀ ਪ੍ਰਦੂਸ਼ਿਤ ਕਰ ਰਹੀ ਆ। ਇਟ ਕੈਨ ਬੀ ਰਿਡਿਊਸ ਅਵਰ ਫਰਟੀਲਿਟੀ ਆਫ ਫਰਟਾਈਲ ਲੈਂਡ ਪਲੋਸਚਰਸ ਐਂਡ ਡਿਸਟਰੋਏ ਦੇਅਰ ਫੋਰੈਸਟ ਏਰੀਆ ਇਨ ਦੀ ਕੰਟਰੀ। ਕਹਿੰਦੇ ਇਹ ਕੀ ਆ, ਸਾਡੀ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹਨੂੰ ਵੀ ਖਤਮ ਕਰ ਰਹੀ ਆ ਅਤੇ ਜਿਹੜੇ ਪਲਾਂਟਸ ਦਾ ਏਰੀਆ ਵਾ ਉਹ ਵੀ ਕੀ ਆ, ਖਤਮ ਕਰਦੀ ਜਾ ਰਹੀ ਆ। Next question is what are to the main reason of to the our natural vegetations not remaining actual natural। ਵੀ ਕੀ ਇਹੋ ਜਿਹੇ ਕਾਰਨ ਨੇ ਵੀ ਜਿਹਦੇ ਕਰਕੇ ਸਾਡੀ ਜਿਹੜੀ ਕੁਦਰਤੀ ਵਨਸਪਤੀ ਅੱਜ ਕੱਲ੍ਹ ਉਹ ਕੁਦਰਤੀ ਨਹੀਂ ਰਹੀ। ਮੋਸਟ ਆਫ ਟੂ ਦੀ ਪ੍ਰੈਜੈਂਟ ਵੈਜੀਟਲ ਕਵਰ ਇਨ ਇੰਡੀਆ ਇਜ਼ ਨਾਟ ਟੂ ਦੀ ਰੀਅਲੀ ਨੈਚੁਰਲ। ਵੀ ਹੁਣ ਜਿਹੜੇ ਸਾਨੂੰ ਕੁਦਰਤੀ ਵਨਸਪਤੀ ਆ ਉਹ ਅੱਜ ਕੱਲ੍ਹ ਕੀ ਆ, ਕੁਦਰਤ ਦੁਆਰਾ ਨਹੀਂ ਬਣ ਰਹੀ ਇੰਡੀਆ ਦੇ ਵਿੱਚ। ਐਜ਼ ਕੰਸੀਡਰੇਬਲ ਪਾਰਟ ਆਫ ਟੂ ਦੀ ਓਰੀਜਨਲ ਕਵਰ ਹੈਜ਼ been destroyed and changed due to the human settlement and use of to the land। ਕਹਿੰਦੇ ਇਹਦੇ ਵਿੱਚ ਜ਼ਿਆਦਾਤਰ ਜਿਹੜਾ ਪਾਰਟ ਆ ਓਰੀਜਨਲ ਉਹ ਕੀ ਆ, ਖਤਮ ਹੋ ਚੁੱਕਿਆ, ਤਬਾਹ ਹੋ ਚੁੱਕਿਆ ਜਾਂ ਉਹ ਚੇਂਜ ਹੋ ਚੁੱਕਿਆ ਕਿਉਂਕਿ ਜਿਹੜੇ ਬੰਦੇ ਨੇ ਉੱਥੇ ਆ ਕੇ ਸੈਟਲ ਹੋਣ ਲੱਗੇ ਅਤੇ ਉਹ ਲੈਂਡ ਨੂੰ ਯੂਜ਼ ਕਰਨ ਲੱਗੇ। ਮਚ ਆਫ ਟੂ ਦੀ ਵੈਜੀਏਸ਼ਨ ਇਜ਼ ਅ ਲੋ ਆਫ ਟੂ ਦੀ ਕੁਆਲਿਟੀਜ਼ ਐਂਡ ਕੰਟੈਂਟ। ਵੀ ਹੁਣ ਜਿਹੜੀਆਂ ਹੋਰ ਜ਼ਿਆਦਾਤਰ ਜਿਹੜੀਆਂ ਸਾਡੀਆਂ
ਕੁਦਰਤੀ ਬਨਸਪਤੀਆਂ ਨੇ ਉਹ ਕੀ ਨੇ, ਸਾਰੀਆਂ ਲੋ ਕੁਆਲਿਟੀ ਦੀਆਂ ਬਣ ਚੁੱਕੀਆਂ ਨੇ। ਦੀਆਂ ਓਰੀਜਨਲ ਨੈਚੁਰਲ ਵੈਜੀਏਸ਼ਨਸ ਟੂ ਦੀਆਂ ਸਰਵਾਈਵਸ ਓਨਲੀ ਟੂ ਦੀਆਂ ਇਨਐਕਸੈਸਿਬਲ ਏਰੀਆ ਆਫ ਦੀਆਂ ਹਿਮਾਲਿਆਜ਼ ਐਂਡ ਥਾਰ ਡੈਜ਼ਰਟਸ। ਵੀ ਹੁਣ ਜਿਹੜੇ ਕੁਦਰਤੀ ਬਨਸਪਤੀ ਆ ਉਹ ਸਿਰਫ ਉੱਥੇ ਹੀ ਸਰਵਾਈਵ ਕਰ ਸਕਦੇ ਜਿੱਥੇ ਕੋਈ ਵੀ ਐਕਸੈਸ ਨਹੀਂ ਕਰ ਸਕਦਾ, ਨਹੀਂ ਜਾ ਸਕਦਾ, ਜਿਵੇਂ ਏਰੀਆ ਆਫ ਹਿਮਾਲਿਆ ਹੋ ਗਿਆ ਅਤੇ ਥਾਰ ਡੈਜ਼ਰਟ ਹੋ ਗਿਆ। ਇਨ ਦੀਆਂ ਅਦਰ ਪਾਰਟ ਆਫ ਟੂ ਦੀਆਂ ਕੰਟਰੀ ਦੀਆਂ ਵੈਜੀਏਸ਼ਨ ਇਜ਼ ਨਾਟ ਟੂ ਦੀਆਂ ਨੈਚੁਰਲ ਇਨ ਦੀਆਂ ਰੀਅਲ ਸੈਂਸ ਆਫ ਟੂ ਦੀਆਂ ਟਰਮ। ਵੀ ਜਿਹੜੇ ਸਾਡੇ ਹੋਰ ਪਾਰਟਸ ਦੇ ਵਿੱਚ ਜਿਹੜੇ ਸਾਡੇ ਕੁਦਰਤੀ ਬਨਸਪਤੀ ਆ ਉਹ ਹੁਣ ਕੁਦਰਤੀ ਨਹੀਂ ਰਹੀ, ਤਾਂ ਕਰਕੇ ਰੀਅਲ ਸੈਂਸ ਹੀ ਯੂਜ਼ ਕੀਤਾ ਗਿਆ। ਫੋਰਥ ਕੁਐਸਚਨ ਇਜ਼ ਐਨਾਲਾਈਜ਼ ਟੂ ਦੀ ਫੋਰੈਸਟ ਏਰੀਆ ਇਨ ਆਵਰ ਕੰਟਰੀ ਐਟ ਟੂ ਦੀ ਓਰੀਜਨਲ ਐਂਡ ਸਟੇਟ ਲੈਵਲ। ਵੀ ਤੁਸੀਂ ਹੁਣ ਦੱਸਣਾ ਵਾ ਵੀ ਜਿਹੜੇ ਸਾਡੇ ਫੋਰੈਸਟ ਏਰੀਆ ਮਿਲਦਾ ਵਾ ਸਾਡੇ ਇੰਡੀਆ ਦੇ ਵਿੱਚ ਉਹ ਖੇਤਰੀ ਅਤੇ ਸਟੇਟ ਵਾਈਜ਼ ਤੁਸੀਂ ਉਹਦੇ ਬਾਰੇ ਸਾਨੂੰ ਡਿਸਕਸ ਕਰਨੀ ਹੈ। These should be at least 33% of to the land under to the forest to keeps the ecological balance and for forest development of the country। ਕਹਿੰਦੇ ਇਹਦੇ ਵਿੱਚ 33% ਸਾਡਾ ਜਿਹੜਾ ਲੈਂਡ ਦਾ ਏਰੀਆ ਵਾ ਉਹ ਫੋਰੈਸਟ ਦੇ ਅੰਡਰ ਆਉਂਦਾ ਤਾਂ ਜੋ ਉਹ ਇਕੋਲੋਜਿਕ ਜਿਹੜਾ ਬੈਲੈਂਸ ਬਣਾ ਕੇ ਰੱਖੇ ਅਤੇ ਡਿਵੈਲਪਮੈਂਟ ਕਰ ਸਕੇ ਫੋਰੈਸਟ ਦੀ ਕੰਟਰੀ ਦੇ ਵਿੱਚ। ਬਟ ਇੰਡੀਆ ਇਜ਼ ਦਿਸ ਪਰਸੈਂਟੇਜ is just 22.7। At the state level the distribution is unequal as it is clear from to the following। ਵੀ ਜਿਹੜਾ ਸਾਡੇ ਇੰਡੀਆ ਦੇ ਵਿੱਚ ਆ ਪਰ ਉਹ ਪਰਸੈਂਟੇਜ ਕਿੰਨੀ ਮੇਨਟੇਨ ਕਰਕੇ ਰਿਹਾ ਵਾ 22.7 ਅਤੇ ਜਿਹੜਾ ਸਟੇਟ ਦੇ ਵਿੱਚ ਇਹਦੀ ਡਿਸਟਰੀਬਿਊਸ਼ਨ ਆ ਉਹ ਵੀ ਕੀ ਆ ਅਨਇਕੁਅਲ ਹੈ, ਸਾਨੂੰ ਕਲੀਅਰ ਹੋ ਰਿਹਾ ਵਾ। ਜਿਵੇਂ ਤ੍ਰਿਪੁਰਾ ਦੇ ਵਿੱਚ 59.6%, ਹਿਮਾਚਲ ਪ੍ਰਦੇਸ਼ 48.1%, ਅਰੁਣਾਚਲ ਪ੍ਰਦੇਸ਼ 48.8%, ਮੱਧ ਪ੍ਰਦੇਸ਼ ਦੇ ਵਿੱਚ 32.9%, ਅਸਾਮ ਦੇ ਵਿੱਚ 29.3%, ਪੰਜਾਬ ਦੇ ਵਿੱਚ 2.3%, ਰਾਜਸਥਾਨ ਦੇ ਵਿੱਚ 3.6%, ਗੁਜਰਾਤ ਦੇ ਵਿੱਚ 8.8%, ਹਰਿਆਣਾ ਦੇ ਵਿੱਚ 12.1%, ਵੈਸਟ ਬੰਗਾਲ ਦੇ ਵਿੱਚ 12.5% ਐਂਡ ਯੂਪੀ ਦੇ ਵਿੱਚ 13.4%। The union territory of to the Andaman Nicobar has to the maximum area under to the forest 94.6%। ਵੀ ਜਿਹੜਾ ਸਾਡਾ ਕੇਂਦਰੀ ਸ਼ਾਸਿਤ ਪ੍ਰਦੇਸ਼ ਆ ਅੰਡੇਮਾਨ ਨਿਕੋਬਾਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਏਰੀਆ ਜਿਹੜਾ ਫੋਰੈਸਟ ਦੇ ਅੰਡਰ ਆਉਂਦਾ ਵਾ 94.6। ਐਂਡ ਦੀ ਨੈਸ਼ਨਲ ਕੈਪੀਟਲ ਆਫ ਟੂ ਦੀ ਇੰਡੀਆ ਹੈਜ਼ ਅ ਮਿਨੀਮਮ 2.1% ਏਰੀਆ ਅੰਡਰ ਟੂ ਦੀ ਫੋਰੈਸਟ। ਅਤੇ ਜਿਹੜੀ ਸਾਡੀ ਰਾਸ਼ਟਰੀ ਰਾਜਧਾਨੀ ਆ ਇੰਡੀਆ ਦੀ ਉਹਦੇ ਸਭ ਤੋਂ ਘੱਟ ਪਾਇਆ ਗਿਆ ਵਾ 2.1 ਏਰੀਆ ਜਿਹੜਾ ਫੋਰੈਸਟ ਦੇ ਅੰਡਰ ਆਉਂਦਾ। ਦੀ ਕੰਟਰੀ ਦੀ ਵੈਜੀਏਸ਼ਨ ਇਜ਼ ਨਾਟ ਨੈਚੁਰਲ ਆਫ ਟੂ ਦੀ ਰੀਅਲ ਸੈਂਸ ਆਫ ਦੀ ਟਰਮ। ਤਾਂ ਕਰਕੇ ਇੱਥੇ ਕੀ ਆ ਹੁਣ ਜਿਹੜੀ ਕੁਦਰਤੀ ਬਨਸਪਤੀਆਂ ਨੇ ਉਹ ਰੀਅਲ ਸੈਂਸ ਦੇ ਵਿੱਚ ਅਸਲੀ ਨਹੀਂ ਰਹੀਆਂ। ਨੈਕਸਟ ਇਜ਼ ਫਿਫਥ ਕੁਐਸਚਨ, ਹਾਊ ਵਾਸ ਟੂ ਦੀ ਫੋਰੈਸਟ ਲੈਂਡਸ ਕਲਾਸੀਫਾਈਡ ਔਨ ਦੀ ਬੇਸਿਸ ਆਫ ਟੂ ਦੀ ਐਕਸੈਸਿਬਿਲਿਟੀ। ਵੀ ਜਿਵੇਂ ਫੋਰੈਸਟ ਦੀ ਲੈਂਡ ਆ ਜਿੱਥੇ ਅਸੀਂ ਪਹੁੰਚ ਸਕਦੇ ਹਾਂ ਉਹਨੂੰ ਉਹਦੇ ਅਕੋਰਡਿੰਗ ਕਿਵੇਂ ਵੰਡਿਆ ਗਿਆ ਵਾ। ਦੀਜ਼ ਆਰ ਟੂ ਦੀ ਫੋਰੈਸਟ ਕਲਾਸੀਫਾਈ ਦੀ ਫੋਰੈਸਟ ਔਨ ਟੂ ਦੀ ਫੋਲੋਇੰਗ ਬੇਸਿਸ ਨਾਲ ਵੰਡਿਆ ਵਾ। ਔਨ ਦੀ ਬੇਸਿਸ ਆਫ ਐਕਸੈਸ ਜਿੱਥੇ ਅਸੀਂ ਪਹੁੰਚ ਸਕਦੇ ਹਾਂ, ਟੱਚਿਸਡ ਫੋਰੈਸਟ, ਅਨਟੱਚਿਸਡ ਫੋਰੈਸਟ। ਔਨ ਦੀ ਬੇਸਿਸ ਆਫ ਲੀਵਸ ਵੀ ਉਹਨਾਂ ਦੇ ਪੱਤਿਆਂ ਦੇ ਅਕੋਰਡਿੰਗ ਦੀ ਬਰੋਡ ਲੀਫਡ ਫੋਰੈਸਟ ਐਂਡ ਕੋਨੀਫੀਰਸ ਫੋਰੈਸਟ ਜਿਹਨੂੰ ਅਸੀਂ ਕਹਿੰਦੇ ਹਾਂ ਸ਼ੰਕੂ ਜਿਹੜੀ ਆ ਉਹਨੂੰ ਫੋਰੈਸਟ ਵੀ ਕਿਹਾ ਜਾਂਦਾ ਵਾ। ਨੈਕਸਟ ਹੈਗਾ ਔਨ ਦੀ ਬੇਸਿਸ ਆਫ ਟੂ ਦੀ ਐਡਮਿਨਿਸਟ੍ਰੇਸ਼ਨ ਵੀ ਜਿਹੜਾ ਕੇਂਦਰੀ ਸ਼ਾਸਤਰ ਦੇ ਦੁਆਰਾ ਬਣਾਇਆ ਜਾਂਦਾ ਹੈ ਉਹਦੀ ਫੋਰੈਸਟ ਅੰਡਰ ਦੀ ਸਟੇਟ ਲੋਕਲ ਬਾਡੀਜ਼। ਅਤੇ ਥਰਡ ਹੈਗਾ ਪ੍ਰਾਈਵੇਟ ਵੀ ਜਿਹੜੇ ਆ ਸਟੇਟ ਦੇ ਅੰਡਰ ਆਉਂਦੀਆਂ ਨੇ, ਦੂਜਾ ਕੀ ਆ ਲੋਕਲ ਬਾਡੀ ਦੇ ਅੰਡਰ ਜਾਂ ਪ੍ਰਾਈਵੇਟ ਅੰਡਰ ਆਉਣ। ਔਨ ਦੀ ਬੇਸਿਸ ਆਫ ਟੂ ਦੀ ਲਾਅ ਜਿਹੜੇ ਕਾਨੂੰਨ ਦੁਆਰਾ ਬਣੀਆਂ ਨੇ, ਪ੍ਰੋਟੈਕਟਡ ਫੋਰੈਸਟ, ਰਿਜ਼ਰਵਡ ਫੋਰੈਸਟ, ਅਨਕਲਾਸੀਫਾਈਡ ਫੋਰੈਸਟ। ਫਿਫਥ ਵਨ ਹੈਗਾ ਔਨ ਦੀ ਬੇਸਿਸ ਆਫ ਜੋਗ੍ਰਾਫੀਕਲ ਐਲੀਮੈਂਟਸ ਵੀ ਜਿਹੜੇ ਜੋਗ੍ਰਾਫੀਕਲ ਐਲੀਮੈਂਟਸ ਦੇ ਅਕੋਰਡਿੰਗ ਵੰਡੇ ਗਏ ਨੇ। ਫਸਟ ਹੈਗਾ ਟੋਪੀਕਲ ਐਵਰਗ੍ਰੀਨ ਫੋਰੈਸਟ, ਡੈਕੂਲਸ ਔਰ ਮੌਨਸੂਨ ਫੋਰੈਸਟ, ਦੀ ਡਰਾਈ ਫੋਰੈਸਟ, ਦੀ ਟਿਡਲ ਫੋਰੈਸਟ, ਮਾਊਂਟੇਨਸ ਜਾਂ ਹਿਲੀ ਫੋਰੈਸਟ। ਲਾਸਟ ਕੁਐਸਚਨ ਆਫ ਦਿਸ ਸੈਸ਼ਨ ਇਜ਼ what is the short note on to the deciduous or monsoonial vegetation। ਪਤਝੜ ਬਨਸਪਤੀ ਬਾਰੇ ਛੋਟਾ ਹੈ ਨੋਟ ਲਿਖੋ। ਦੀ ਵੈਜੀਏਸ਼ਨਸ that sheets its leaves in the order have to be excessive evaporations leaves of to the started to the hot season is called deciduous or monsoon vegetation। ਇਹ ਬਨਸਪਤੀ ਉਦੋਂ ਹੁੰਦੀ ਹੈ ਜਦੋਂ ਕੀ ਆ ਜਿਹੜੇ ਦਰਖਤ ਨੇ ਉਹ ਆਪਣੇ ਪੱਤੇ ਸਿੱਟਣ ਲੱਗ ਜਾਂਦੇ ਆ ਅਤੇ ਜਿਹੜਾ ਵੈਪੋਰੇਸ਼ਨ ਹੁੰਦੀ ਹੈ ਜਾਣੀ ਕਿ ਭਾਪ ਬਣ ਕੇ ਪਾਣੀ ਜ਼ਿਆਦਾ ਉੱਪਰ ਨੂੰ ਜਾਣ ਲੱਗ ਜਾਂਦਾ ਅਤੇ ਜਿਹੜਾ ਸੀਜ਼ਨ ਹੁੰਦਾ ਉਹ ਕਾਫੀ ਗਰਮ ਹੋ ਜਾਂਦਾ, ਉਸ ਸੀਜ਼ਨ ਨੂੰ ਅਸੀਂ ਮੌਨਸੂਨ ਵੈਜੀਏਸ਼ਨ ਕਹਿੰਦੇ ਹਾਂ। ਅਕੋਰਡਿੰਗ ਟੂ ਦੀ ਰੇਨਫਾਲ ਆਫ ਟੂ ਦੀ ਵੈਜੀਏਸ਼ਨ ਕੈਨ ਬੀ ਸਬ ਡਿਵਾਈਡਡ ਇਨ ਟੂ ਪਾਰਟ। ਇਹਦੇ ਵਿੱਚ ਜਿਹੜਾ ਮੀਂਹ ਦੇ ਅਕੋਰਡਿੰਗ ਇਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ। ਮੋਇਸਚਰਸਟ deciduous
forest. This forest is to the vegetation is found where to the annual rainfall is 100 to 200 ਸੈਂਟੀਮੀਟਰ ਵੀ ਇਹ ਉੱਥੇ ਬਨਸਪਤੀ ਮਿਲਦੀ ਹੈ ਜਿੱਥੇ ਕੀ ਆ ਜਿਹੜਾ ਮੀਂਹ ਸਾਲਾਨਾ ਕਿੰਨਾ ਪੈਂਦਾ 100 ਤੋਂ ਲੈ ਕੇ 200 ਸੈਂਟੀਮੀਟਰ ਤੱਕ ਦੀ ਵੈਜੀਏਸ਼ਨ ਇਜ਼ ਨਾਟ ਟੂ ਬੀ ਮੱਚ ਡੈਂਸ ਵੀ ਇੱਥੇ ਜਿਹੜੀ ਬਨਸਪਤੀ ਆ ਉਹ ਜ਼ਿਆਦਾ ਸੰਘਣੀ ਨਹੀਂ ਹੁੰਦੀ ਐਂਡ ਦੀ ਟਰੀਜ਼ ਕੈਨ ਵੀ ਅਚੀਵ ਦੀ ਹਾਈਟ ਆਫ 30 ਮੀਟਰ ਵੀ ਜਿਹੜੇ ਟਰੀ ਦੀ ਹਾਈਟ ਹੁੰਦੀ ਆ ਉਹ 30 ਮੀਟਰ ਤੱਕ ਚਲੀ ਜਾਂਦੀ ਆ ਟੈਕਸਸ ਸੈਂਡਲਸ ਆਰ ਦੀਆਂ ਮੇਨ ਟਰੀਜ਼ ਨੈਕਸਟ ਹੈਗਾ ਵਾ ਡਰਾਈ ਡੈਕਲਿਸ ਫੋਰੈਸਟ ਵੀ ਜਿਹੜਾ ਸੁੱਕੇ ਪਏ ਹੁੰਦੇ ਆ ਦਿਸ ਟਾਈਪਸ ਆਫ ਟੂ ਦੀ ਵੈਜੀਏਸ਼ਨ ਫਾਊਂਡ ਆਫ ਟੂ ਦੀ ਏਰੀਆ ਆਫ ਦੀ ਹੈਵਿੰਗ ਰੇਨ ਬਿਟਵੀਨ ਟੂ ਦੀ 50 to 100 ਸੈਂਟੀਮੀਟਰ ਇਹ ਉਹ ਏਰੀਆ ਵਿੱਚ ਉੱਗਦੇ ਜਿੱਥੇ ਕਿ ਮੀਂਹ ਜਿਹੜਾ ਵਾ 50 ਤੋਂ ਲੈ ਕੇ 100 ਸੈਂਟੀਮੀਟਰ ਤੱਕ ਪੈਂਦਾ ਇਟਸ ਲੌਂਗ ਬੈਲਟ ਸਟਾਰਟਡ ਫਰੋਮ ਟੂ ਦੀ ਪੰਜਾਬ ਐਂਡ ਗੋਜ਼ ਟੂ ਦੀ ਡੈਕਨ ਪਲੈਟਿਊ ਕਿੱਕਰ ਜਿੱਧਰ ਆਰ ਦੀਆਂ ਮੇਨ ਇਟਸ ਮੇਨ ਟਰੀਜ਼ ਵੀ ਇਹ ਕੀ ਆ ਇਹਦੀ ਬੈਲਟ ਜਿਹੜੀ ਆ ਉਹ ਪੰਜਾਬ ਤੋਂ ਲੈ ਕੇ ਡੈਕਲ ਪਲੈਟਿਊ ਤੱਕ ਚਲੀ ਜਾਂਦੀ ਆ ਅਤੇ ਇਹਦੇ ਵਿੱਚ ਜੀਨ ਅਤੇ ਕਿੱਕਰ ਨਾਂ ਦੇ ਜਿਹੜੇ ਦਰਖਤ ਨੇ ਉਹ ਮਿਲਦੇ ਨੇ ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਉਹ ਪਸੰਦ ਆਇਆ ਹੋਵੇਗਾ ਅਤੇ ਇਹਦੇ ਵਿੱਚ ਜਿਹੜੇ ਮੈਂ 6 ਸ਼ਾਰਟ ਕੁਐਸਚਨ ਆਨਸਰ ਤੁਹਾਨੂੰ ਡਿਸਕਸ ਕੀਤੇ ਆ ਤੁਸੀਂ ਉਹਨਾਂ ਨੂੰ ਸਮਝ ਕੇ ਅਤੇ ਮੇਰੇ ਟਰਾਂਸਲੇਸ਼ਨ ਦੇ ਅਕੋਰਡਿੰਗ ਉਹਨਾਂ ਨੂੰ ਤੁਸੀਂ ਆਪਣੀ ਕਾਪੀ ਦੇ ਉੱਤੇ ਨੋਟ ਡਾਊਨ ਕਰ ਲੈਣਾ ਵਾ ਜੇਕਰ ਤੁਹਾਨੂੰ ਫਿਰ ਵੀ ਕਿਸੇ ਚੀਜ਼ ਦੀ ਪ੍ਰੋਬਲਮ ਆਉਂਦੀ ਹੈ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਤਾਂ ਜੋ ਮੈਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਉਸ ਪੁਆਇੰਟ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਨੈਕਸਟ ਵੀਡੀਓ ਬਣਾ ਸਕਾਂ thanks a lot watching for my session at last which has been come through the first time on my YouTube channel, so subscribe my channel and share with others. Thanks a lot.